नमस्कार लुधियाना खबरनामा वेखण वाले सारे दर्शकों का स्वागत है। मैं हाँ परविंदर। तमाम खबरों ते नजर पाउने आ। शुरुआत करते हैं सुर्खियां दे नाल। लुधियाना विच कपड़ा व्यापारी ਅਤੇ ਉਸਦੇ ਬੇਟੇ ਤੇ ਹੋਇਆ ਜਾਨਲੇਵਾ ਹਮਲਾ। ਇਲਾਕੇ ਦੇ ਲੋਕਾਂ ਤੇ ਹੀ ਹਮਲਾ ਕਰਨ ਦੇ ਲੱਗੇ ਇਲਜ਼ਾਮ। ਪੀੜਤਾਂ ਨੇ ਇਨਸਾਫ ਦੀ ਕੀਤੀ ਮੰਗ। सब इंस्पैक्टर की भर्ती लई हुई प्रीख्या दौरान सरकार के प्रबंध खोखले। बरसात के विच पिछड़े रहे प्रीख्यार्थियों के परिवारक मैंबरों नाल भी की गई बदसलूकी। लिटल स्टार राशि सलीम के घर पहुंचे आप आगू कुलवंत सिद्धू। राशि सलीम तो बनवाई रखड़ी के हर रब अगे राशि की चढ़ती कला की करांगा अरदास। राजवीर जवंदा के पिता करम सिंह जवंदा के निमित्त अंतिम अरदास। विधायक राकेश पांडे समेत कई समाजिक और सियासी आगू भी पहुंचे। परिवार नाल दुख किया साझा। शरधा के फुल किए भेंट। बुलेटिन का आगाज करते हैं। लुधियाना के किरपाल नगर के विच कपड़ा व्यापारी और उसके बेटे ते जानलेवा हमला किया गया। इलाके के विच ही रहंदे कुछ लोगों ते हमला करने के इल्जाम लगे ने। पीड़िता ने इल्जाम लगाया कि जिन्हां दे वल्लों हमला किया गया वो लोग शरेआम शराब और नशे का कारोबार करते हैं। उन्होंने कहा कि जदों उन्होंने रोकने की कोशिश की गई तो उन्होंने लोगों ने जानलेवा हमला किया। पीड़िता के वल्लों इस मौके इंसाफ की मांग की गई है। पुलिस के वल्लों पूरे मामले की तफ्तीश की जा रही है। कपड़े का काम करते हैं जी दोनों जाने जी। ਤੇ ਸਾਡੀ ਬੁੱਧਵਾਰ ਰਾਤ ਨੂੰ ਜੀ ਇੱਕ ਝਗੜਾ ਹੋਇਆ ਜੀ। ਝਗੜਾ ਵੀ ਕਹਦਾ ਜੀ ਕਾਲ ਹੀ ਸੀਗਾ ਜੀ ਇੱਕ ਹਿਸਾਬ ਦਾ। ਆ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਸ਼ਕਲਾਂ ਸਾਡੀਆਂ ਕਿੱਦਾਂ ਦੀਆਂ ਜੀ। ਸਾਡੇ ਨਾਲ ਜੀ ਪੂਰਾ ਧੱਕਾ ਹੋਇਆ ਜੀ, ਸ਼ਰੇਆਮ ਧੱਕਾ ਹੋਇਆ। ਸਾਨੂੰ ਫੱਟ ਮਾਰੇ ਆ ਜੀ। ਮੇਰਾ ਇੱਕ ਵੀ ਅੰਗ ਸਰੀਰ ਦਾ ਇੱਕ ਵੀ ਸਾਹ ਕੋਈ ਨਹੀਂ ਅੰਗ ਇਹਨਾਂ ਨੇ ਨਹੀਂ ਛੱਡਿਆ। ਜਿੱਥੇ ਕੜੀਚਾਂ ਚਾਕੂ ਦਾਤ ਕੋਈ ਨਾ ਮਾਰੇ ਹੁਣ। ਤੇ ਜਿਹੜੇ ਜਿਨ੍ਹਾਂ ਨਾਲ ਸਾਡੀ ਲੜਾਈ ਹੋਈ ਹੈ ਜੀ ਉਹ ਸ਼ਰਾਬ ਦਾ ਕੰਮ ਕਰਦੇ ਆ। ਸ਼ਰੇਆਮ ਚਿੱਟਾ ਵਿਕਦਾ ਜੀ ਇੱਥੇ। ਇਹ ਬੰਦੇ ਆ ਜੀ ਕਾਲਾ ਹੈਗਾ ਜੀ ਉਹਨਾਂ ਦਾ ਪਿਓ ਤੇ ਵਿੱਕੀ ਪ੍ਰਿੰਸ ਜੋਨੀ ਇਹ ਸਾਰੇ ਤਾਏ ਚਾਚਿਆਂ ਦੇ ਮੁੰਡੇ ਆ। ਜੋਨੀ ਰਿੱਕੀ ਗੱਗੂ ਰਿੱਕੀ ਜੀ ਪ੍ਰਿੰਸ ਜੋਨੀ। ਹਮਲੇ ਦਾ ਰੀਜ਼ਨ ਇਹੀ ਸੀ ਜੀ ਇਹਨਾਂ ਦੀ ਪੁਰਾਣੀ ਰੰਜਿਸ਼ ਸੀਗੀ ਜੀ ਸਾਡੇ ਨਾਲ। ਇਹ ਪੂਰਾ ਪਲਾਨ ਕੀਤਾ ਹੋਇਆ ਸੀਗਾ ਜੀ ਇਹਨਾਂ ਨੇ। ਉਹਨਾਂ ਦੇ ਆਪਾਂ ਅੱਜ ਆ ਕੇ ਬਿਆਨ ਲਿਖ ਲਿਆ ਉਹਨਾਂ ਦੇ ਆ ਤੇ ਤਫਤੀਸ਼ ਚੱਲ ਰਹੀ ਆ ਤੇ ਕਾਰਵਾਈ ਕਰ ਰਹੇ ਆ। ਬੁੱਧਵਾਰ ਰਾਤੀ ਹਮਲਾ ਹੋਇਆ ਉਹ ਕਹਿੰਦੇ ਸੀ ਵੀਰਵਾਰ ਕੰਪਲੇਂਟ ਦੇ ਦਿੱਤੀ। ਮੈਡੀਕਲ ਰਿਪੋਰਟਾਂ ਨਹੀਂ ਮਿਲੀਆਂ ਸੀ ਜਿਸ ਕਰਕੇ ਡਿਲੇ ਹੋਇਆ। ਮੈਡੀਕਲ ਰਿਪੋਰਟਾਂ ਮਿਲ ਗਈਆਂ, ਬਿਆਨ ਲਿਖ ਲਏ ਆ, ਕਾਰਵਾਈ ਚੱਲ ਰਹੀ। ਤੇ ਉਹਨਾਂ ਨੇ ਇਹ ਵੀ ਕਿਹਾ ਜਿਨ੍ਹਾਂ ਨੇ ਹਮਲਾ ਕੀਤਾ ਉਹ ਨਸ਼ਾ ਵਗੈਰਾ ਕਰਦੇ ਉਹਨਾਂ ਤੇ ਪਹਿਲਾਂ ਵੀ ਕੋਈ ਥਾਣੇ 'ਚ ਮਾਮਲਾ ਦਰਜ ਹੈ। ਉਹ ਵੈਰੀਫਾਈ ਕਰ ਰਹੇ ਆ। ਹਾਲ ਹੀ ਦੇ ਵਿੱਚ ਸੂਬਾ ਸਰਕਾਰ ਦੇ ਵੱਲੋਂ ਸਬ ਇੰਸਪੈਕਟਰਾਂ ਦੀ ਭਰਤੀ ਲਈ ਪ੍ਰੀਖਿਆ ਲਈ ਜਾ ਰਹੀ ਹੈ, ਜਿਸ ਦੇ ਲਈ ਵੱਖ-ਵੱਖ ਥਾਈਂ ਸੈਂਟਰ ਵੀ ਬਣਾਏ ਗਏ ਨੇ। ਜਿਸ ਤਰ੍ਹਾਂ ਕਈ ਸੈਂਟਰਾਂ ਤੇ ਪ੍ਰੀਖਿਆ ਲੈਣ ਦੇ ਲਈ ਕੀਤੇ ਗਏ ਪ੍ਰਬੰਧ ਨਾਕਾਫੀ ਸਾਬਤ ਹੋ ਰਹੇ ਹਨ। ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਇੱਥੇ ਵੀ ਭਾਰੀ ਬਰਸਾਤ ਦੇ ਵਿੱਚ ਪ੍ਰੀਖਿਆਰਥੀ ਭਿੱਜਦੇ ਨਜ਼ਰ ਆਏ ਨੇ। ਉੱਥੇ ਹੀ ਦੂਜੇ ਪਾਸੇ ਪ੍ਰੀਖਿਆਰਥੀਆਂ ਦੇ ਬੈਗ ਅਤੇ ਹੋਰ ਸਮਾਨ ਨੂੰ ਵੀ ਜਮ੍ਹਾਂ ਕਰਨ ਲਈ ਫੀਸ ਵਸੂਲੀ ਜਾ ਰਹੀ ਸੀ। ਇੰਨਾ ਹੀ ਨਹੀਂ, ਉੱਥੇ ਤੈਨਾਤ ਕਈ ਪੁਲਿਸ ਮੁਲਾਜ਼ਮ ਪ੍ਰੀਖਿਆਰਥੀਆਂ ਨਾਲ ਆਏ ਹੋਏ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਬਦਸਲੂਕੀ ਕਰਦੇ ਨਜ਼ਰ ਆਏ ਨੇ। ਸਵਾਲ ਇਹ ਉੱਠਦਾ ਹੈ, ਜੇਕਰ ਸਰਕਾਰ ਪ੍ਰੀਖਿਆ ਦਾ ਐਲਾਨ ਕਰਦੀ ਹੈ ਤਾਂ ਪ੍ਰਬੰਧ ਦਰੁਸਤ ਕਿਉਂ ਨਹੀਂ ਕੀਤੇ ਜਾਂਦੇ। ਨੀਅਰ ਅਬਾਊਟ 300 to 400 ਸਟੂਡੈਂਟਸ ਹੋਣਗੇ ਅੰਦਰ। ਹਾਂਜੀ। ਤੇ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ ਬੇਸਿਕਲੀ ਕੋਵਿਡ ਪ੍ਰੋਟੋਕਾਲ ਜਿਹੜੇ ਫੋਲੋ ਕਰ ਰਹੇ ਨੇ ਸਰ। ਬੇਸਿਕਲੀ ਦੇਖੋ ਅਸੀਂ ਦੂਰੋਂ ਆ ਰਹੇ ਹਾਂ, ਠੀਕ ਹੈ, ਤੇ ਆਪਣਾ ਵਹੀਕਲ ਦੀ ਫਸਟ ਆਫ ਆਲ ਇਹ ਚਾਬੀ ਜਿਹੜੀ ਕਹਿੰਦੇ ਡਿਪੋਜ਼ਿਟ ਕਰਾਓ ਤੇ ਕੋਈ ਉਹਦੀ ਅੰਡਰਟੇਕਿੰਗ ਨਹੀਂ ਲੈਂਦੇ ਕਿ ਕੌਣ ਉਹਦਾ ਜ਼ਿੰਮੇਵਾਰ ਹੈਗਾ, ਠੀਕ ਹੈ। ਤੇ ਸੈਕੰਡਲੀ ਸਰ ਗੱਲ ਇਹ ਹੈ ਕਿ ਜਿਵੇਂ ਮੈਂ ਇੱਕ 골ਡ ਦੀ ਲੋਕਟ ਪਾਇਆ ਹੋਇਆ ਸੀਗਾ ਤੇ ਉਹ ਵੀ ਉਹਨਾਂ ਨੇ ਮਤਲਬ ਰਖਾਇਆ, ਕਹਿੰਦੇ ਬਾਹਰ ਰੱਖੋ। ਜਦ ਕਿ ਕੋਈ ਐਂਟਰੀ ਫੀਸ ਸਾਰਿਆਂ ਦੀ ਹੈ ਇਹ ਚੀਜ਼। ਮਤਲਬ ਤੁਸੀਂ ਚਾਬੀ ਰੱਖਣ ਦੇ ਵੀ 20 ਰੁਪੀਜ਼ ਲੈ ਰਹੇ ਆ ਇਹ ਸਾਰੇ ਜੇ ਵੀ ਮੈਨੇਜਮੈਂਟ ਹੈਗੀ ਜਿਹੜੀ ਵੀ। ਤੇ ਸਰ ਅੰਦਰ ਕੋਈ ਪਾਣੀ ਦੀ ਪ੍ਰੋਵੀਜ਼ਨ ਹੈ ਨਹੀਂ, ਕੋਈ ਗਲਾਸ ਨਹੀਂ ਰੱਖੇ ਹੋਏ ਤੁਸੀਂ ਅੰਦਰ ਪੀ ਸਕਦੇ ਹੋ ਪਾਣੀ, ਕੋਈ ਪ੍ਰੋਵੀਜ਼ਨ ਨਹੀਂ ਹੈ। ਮੈਂ ਅੰਮ੍ਰਿਤਸਰ ਤੋਂ ਆਇਆ ਜੀ। ਅੰਮ੍ਰਿਤਸਰ ਤੋਂ ਆਏ? ਹਾਂਜੀ ਹਾਂਜੀ। ਅੱਜ ਕਿਹੜੀ ਜਗ੍ਹਾ ਪਹੁੰਚੇ ਜੀ? ਮੈਂ ਇੱਥੇ ਲੁਧਿਆਣੇ ਆਇਆ ਜੀ, ਇਨਫੋਸਿਲ ਸਤਨਾਮ ਇਨਫੋਸਿਲ ਟਾਵਰ ਦੇ ਵਿੱਚ। ਤੇ ਇੱਥੇ ਪੇਪਰ ਹੈਗਾ ਜੀ ਸਬ ਇੰਸਪੈਕਟਰ ਦਾ। ਤੇ ਸਵੇਰ ਦੇ ਇੱਥੇ ਆਪਾਂ ਖੜੇ ਆ, ਖੱਜਲ ਖਵਾਰ ਹੁੰਦੇ ਆ ਵੀ ਬਾਰਿਸ਼ ਨਾਲ ਬੁਰਾ ਹਾਲ ਹੈਗਾ ਵਾ। ਕੋਈ ਪ੍ਰਬੰਧ ਨਹੀਂ ਹੈਗੇ ਇਹਨਾਂ ਦੇ। ਤੇ ਸਾਰਿਆਂ ਦੇ ਜਿਹੜੇ ਘਰ ਦੇ ਨਾਲ ਆਏ ਆ ਬਾਹਰ ਖੜੇ ਆ, ਬਾਰੀ ਦੇ ਵਿੱਚ ਭੇਜ ਰਹੇ ਨੇ।
ਤੇ ਪ੍ਰਬੰਧਕਾਂ ਵੱਲੋਂ ਕੋਈ ਨਹੀਂ ਪ੍ਰਬੰਧ ਕੀਤਾ ਗਿਆ ਇਸ ਚੀਜ਼ ਦਾ ਕੋਈ। ਸਰ ਵੱਡਾ ਦਿਨ ਦੇਖਿਆ ਜਾਵੇ ਜਿੱਦਾਂ ਰਾਖੀ ਦਾ ਦਿਨ ਸੀ, ਲੋਕ ਭੈਣ ਭਰਾ ਰਾਖੀ ਦਾ ਦਿਨ ਮਨਾ ਰਹੇ ਆ। ਹਾਂਜੀ, ਹਾਂਜੀ। ਪਹੁੰਚਾਂਗੇ, ਵੇਟ ਕਰਦੇ ਹੋਣਗੇ। ਹਾਂਜੀ, ਹਾਂਜੀ। ਪਰ ਅੱਜ ਦਾ ਦਿਨ ਜ਼ਰੂਰੀ ਚਾਹੀਦਾ ਸੀ ਇਹਨਾਂ ਨੂੰ। ਹਾਂਜੀ, ਇਹਨਾਂ ਨੂੰ ਅੱਜ ਵੈਸੇ ਛੁੱਟੀ ਚਾਹੀਦੀ ਸੀ, ਲੇਕਿਨ ਇਹਨਾਂ ਨੇ ਜਿਹੜਾ ਵਾ ਪੇਪਰ ਜਿਹੜਾ ਰੱਖਿਆ ਵਾ ਰੱਖੜੀ ਵਾਲੇ ਦਿਨ ਹੀ ਰੱਖਿਆ ਹੋਇਆ ਵਾ। ਬੈਗ ਜਮ੍ਹਾਂ ਕਰਾਉਣਾ ਹੈ। ਅੱਛਾ, ਬੈਗ ਜਮ੍ਹਾਂ ਕਰਾ। ਹਾਂਜੀ। ਤੇ ਬੈਗ ਫ੍ਰੀ ਜਮ੍ਹਾਂ ਕੀਤੇ ਜਾ ਰਹੇ? ਨਹੀਂ, ਫ੍ਰੀ ਨਹੀਂ, ਪਹਿਲਾਂ ਮਾਰਨਿੰਗ ਜਮ੍ਹਾਂ ਕਰਾਏ ਆ, ਉਦੋਂ ਵੀ ਪੈਸੇ ਲਏ ਆ, ਹੁਣ ਦੁਬਾਰਾ ਫੇਰ ਕਰਾ ਰਹੇ ਆ ਦੂਸਰੀ ਸ਼ਿਫਟ ਦੇ, ਫੇਰ ਪੈਸੇ ਲੈਣੇ ਇਹਨਾਂ ਨੇ। ਅੱਛਾ, ਡਬਲ ਪੈਸੇ ਲੈ ਰਹੇ ਆ। ਹਾਂਜੀ। 20 ਰੁਪਏ ਪਹਿਲਾਂ ਲਿੱਤੇ, 20 ਰੁਪਏ ਬਾਅਦ ਚੋਂ ਲਿੱਤੇ, 40 ਰੁਪਏ ਹੋ ਗਏ। ਹਾਂਜੀ। ਕਿੰਨਾ ਕੁ ਬੈਗ ਲਗਭਗ ਜਮ੍ਹਾਂ ਹੋਏ? 100 ਤੋਂ ਜ਼ਿਆਦਾ ਹੀ ਹੋ ਜਾਂਦਾ ਸਰ, 100 ਤੋਂ ਜ਼ਿਆਦਾ ਹੀ ਹੋ ਜਾਂਦਾ। ਘੱਟੋ ਘੱਟ 200-300 ਬੈਗ ਜਮ੍ਹਾਂ ਹੋ ਜਾਂਦਾ, ਬੈਲਟ ਵੱਖਰੀਆਂ, ਗੱਡੀ ਦੀਆਂ ਚਾਬੀਆਂ ਵੱਖਰੀਆਂ, ਅਲੱਗ-ਅਲੱਗ ਸਮਾਨ। ਅੱਛਾ ਜੀ। ਹਾਂਜੀ। ਇਹ ਇੱਕ ਬੈਗ ਦਾ 20 ਰੁਪਏ ਵੀ ਉਹਨਾਂ ਦੀ ਪੇਮੈਂਟ ਅੱਡ ਕੇ ਨਾਲ ਹੀ ਲੈਂਦੇ ਹੋ ਸਾਰਾ? ਸਾਰਾ ਕੁਝ ਨਾਲ ਹੀ ਹੈ। ਇੱਕ ਬੰਦੇ ਕੋਲੋਂ 20 ਰੁਪਏ। 20 ਰੁਪਏ। ਹਾਂਜੀ। ਲੁਧਿਆਣਾ ਜੇ ਬਲਾਕ ਭਾਈ ਰਣਧੀਰ ਸਿੰਘ ਨਗਰ ਵਿਖੇ ਇੱਕ ਕਾਰ ਨੂੰ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਅੱਗ ਲਗਾ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅੱਗ ਲਗਾਉਣ ਵਾਲੇ ਲੋਕਾਂ ਦੀ ਪਹਿਚਾਣ ਨਹੀਂ ਹੋ ਪਾਈ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਤਫਤੀਸ਼ ਜਾਰੀ ਹੈ। ਲੁਧਿਆਣਾ ਸ਼ਹਿਰ ਦੇ ਵਿੱਚ ਬਰਸਾਤ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਜਾਣ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਗੱਲ ਜੇਕਰ BRS ਨਗਰ ਦੀ ਕੀਤੀ ਜਾਵੇ ਤਾਂ ਇੱਥੇ ਵੀ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੈ ਅਤੇ ਮੀਂਹ ਕਰਕੇ ਇੱਥੇ ਪਾਣੀ ਜਮ੍ਹਾਂ ਹੋ ਜਾਂਦਾ, ਜਿਸ ਕਰਕੇ ਰਾਹਗੀਰਾਂ ਨੂੰ ਲੰਘਣ ਦੇ ਵਿੱਚ ਕਾਫੀ ਦਿੱਕਤ ਦਰਪੇਸ਼ ਆਉਂਦੀ ਹੈ। ਔਰ ਦੂਜੇ ਪਾਸੇ ਭਾਜਪਾ ਆਗੂ ਐਡਵੋਕੇਟ ਬਿਕਰਮਜੀਤ ਸਿੱਧੂ ਦੇ ਵੱਲੋਂ ਵੀ ਇਸ ਸਭ ਨੂੰ ਲੈ ਕੇ ਪ੍ਰਸ਼ਾਸਨ ਤੇ ਵੱਡੇ ਸਵਾਲ ਚੁੱਕੇ ਗਏ ਨੇ। ਹਾਲਾਂਕਿ ਉਹਨਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਲੋਕ ਸਹੂਲਤਾਂ ਦੇ ਮੱਦੇਨਜ਼ਰ ਪੁਖਤਾ ਇੰਤਜ਼ਾਮ ਦੀ ਗੱਲ ਤਾਂ ਆਖ ਦਿੰਦੇ ਨੇ, ਪਰ ਜ਼ਮੀਨੀ ਪੱਧਰ ਤੇ ਹਕੀਕਤ ਕੁਝ ਹੋ ਰਹੀ ਹੈ। ਦੀਪ ਸ਼ੇਰੂ ਸਚਦੇਵਾ, ਪ੍ਰਧਾਨ ਭਾਜਪਾ ਅਗਰਨਗਰ ਮੰਡਲ। ਅੱਜ ਦਾ ਜਿਹੜਾ ਇਹ ਇੱਕ ਖਾਸ ਮੁੱਦਾ ਹੈ ਕਿ ਅੱਜ ਬਾਰਿਸ਼ ਪੈ ਕੇ ਚੁੱਕੀ ਹੈ ਔਰ ਬਾਰਿਸ਼ ਦੇ ਮੌਸਮ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹੋ, ਤੁਹਾਡੇ ਪੱਤਰਕਾਰ ਭਰਾਵਾਂ ਦੇ ਸਾਹਮਣੇ ਲਾਈਵ ਤਸਵੀਰਾਂ ਨੇ ਕਿ ਜਿੱਥੇ ਕਿ BRS ਨਗਰ ਦੇ 4 ਵਾਰਡ, ਜਿੱਥੇ ਕਿ ਵਾਰਡ ਨੰਬਰ 72, 73, 74, 75 ਦੇ ਵਿੱਚ ਪਾਣੀ ਦਾ ਜਿਹੜਾ ਕਿ ਜਮਾਵ ਹੈ ਕਿ ਇੰਨਾ ਜ਼ਿਆਦਾ ਖੜ ਚੁੱਕਿਆ ਹੋਇਆ ਹੈ ਕਿ ਲੋਕਾਂ ਨੂੰ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ। ਜਗ੍ਹਾ ਜਗ੍ਹਾ ਤੇ ਸੜਕਾਂ ਦੇ ਵਿੱਚ ਖੱਡੇ ਪੈ ਚੁੱਕੇ ਨੇ ਔਰ ਸੜਕਾਂ ਆਪਣੀ ਜਗ੍ਹਾ ਤੇ ਨੀਚੇ ਬੈਠ ਚੁੱਕੀਆਂ ਹੋਈਆਂ ਨੇ। ਤਸਵੀਰਾਂ ਤੁਹਾਡੇ ਸਾਰਿਆਂ ਦੇ ਰੂਬਰੂ ਨੇ, ਲੇਕਿਨ ਜਿਹੜੇ ਇੱਥੇ ਦੇ ਵਾਰਡਾਂ ਦੇ ਨੁਮਾਇੰਦੇ ਨੇ, ਕਾਉਂਸਲਰਸ ਨੇ, ਉਹ ਗਹਿਰੀ ਨੀਂਦ ਸਾਰੇ ਸੁੱਤੇ ਪਏ ਨੇ, ਜਿਹੜਾ ਕਿ ਕੋਈ ਕੰਮ ਨਹੀਂ ਕਰ ਰਹੇ। ਵਿਕਾਸ ਦੇ ਜਿਹੜੇ ਕਾਰਿਆਂ ਨੇ ਉਹ ਸਿਰਫ ਲਿਖਤੀ ਰੂਪ ਦੇ ਵਿੱਚ ਚੱਲ ਰਹੇ ਨੇ, ਲੇਕਿਨ ਉਹਨਾਂ ਦਾ ਗਰਾਊਂਡ ਲੈਵਲ ਦੇ ਉੱਪਰ ਕੰਮ ਬਿਲਕੁਲ ਨਿਖੱਧ ਹੈ, ਬਿਲਕੁਲ ਜ਼ੀਰੋ ਹੈ। ਲੁਧਿਆਣਾ ਸ਼ਹਿਰ ਦੇ ਵਿੱਚ ਬਹੁਤ ਥੋੜਾ ਜਿਹਾ ਵਕਤੀ ਬਾਰਿਸ਼ ਹੋਈ, ਜਿਸ ਨਾਲ ਲੁਧਿਆਣੇ ਦੀ ਜਿਹੜੀ ਮੂੰਹ ਬੋਲਦੀ ਤਸਵੀਰ ਕਿ ਇਹਨਾਂ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਕਿਸ ਤਰ੍ਹਾਂ ਕਿਸ ਲੈਵਲ ਦੀ ਕਰਪਸ਼ਨ ਕਰਕੇ ਲੁਧਿਆਣੇ ਦੇ ਰੋਡਸ ਬਣਾਏ, ਉਹ ਜਿੰਦੀ ਜਾਗਦੀ ਅੱਜ ਤਸਵੀਰ ਸਭ ਦੇ ਸਾਹਮਣੇ ਆ ਗਈ। ਲੁਧਿਆਣੇ ਦੀ ਸੀਵਰੇਜ ਪ੍ਰਣਾਲੀ ਜਿਹੜੀ ਕਿ ਸਾਡੇ ਭਾਰਤ ਭੂਸ਼ਣ ਆਸ਼ੂ ਜੀ ਪਿਛਲੇ ਕਈ ਮਹੀਨੇ ਤੇ ਸਾਲਾਂ ਤੋਂ ਇਹ ਕਲੇਮ ਤੇ ਦਾਅਵਾ ਕਰਦੇ ਆ ਰਹੇ ਕਿ ਅਸੀਂ ਬਹੁਤ ਵਧੀਆ ਵਿਕਾਸ ਕਰਕੇ ਵਧੀਆ ਢੰਗ ਨਾਲ ਬਣਾ ਦਿੱਤੀ, ਉਸ ਦਾ ਅੱਜ ਸਾਰੇ ਸ਼ਹਿਰ ਦੇ ਵਿੱਚ ਫੇਰ ਜਲੂਸ ਨਿਕਲ ਕੇ ਸਾਹਮਣੇ ਆਇਆ। ਇਸ ਤੋਂ ਇਹ ਭਲੀ ਭਾਂਤ ਸਪਸ਼ਟ ਹੁੰਦਾ ਕਿ ਇਹਨਾਂ ਲੋਕਾਂ ਨੇ ਜਿਹੜੇ ਸੈਂਟਰ ਦੀ ਕੇਂਦਰ ਸਰਕਾਰ ਨੇ ਕਰੋੜਾਂ ਅਰਬਾਂ ਰੁਪਏ ਲੁਧਿਆਣੇ ਦੇ ਵਿੱਚ ਵਿਕਾਸ ਵਾਸਤੇ ਭੇਜੇ, ਉਹਦੇ ਵਿੱਚੋਂ ਜਿਹੜੀ ਕਰਪਸ਼ਨ ਆ ਉਹ ਮੇਰੇ ਹਿਸਾਬ ਨਾਲ ਮੰਨਣਾ ਇਹ ਆ ਕਿ ਇਹਨਾਂ ਨੇ 100 ਰੁਪਏ ਦੇ ਵਿੱਚੋਂ 10 ਰੁਪਏ ਵੀ ਨਹੀਂ ਲਾਏ। ਪੰਜਾਬ ਸਰਕਾਰ ਦੇ ਵੱਲੋਂ ਆਪਣੇ ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਦੇ ਮਾਮਲੇ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਆਗੂ ਰਣਧੀਰ ਸਿੰਘ ਸੀਵੀਆ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਜੂਸ ਪਿਲਾ ਕੇ ਲੋਕ ਇਨਸਾਫ ਪਾਰਟੀ ਦੇ ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਨੂੰ ਖਤਮ ਕਰਵਾਇਆ ਗਿਆ। ਜਿਹੜੀ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਸੀਗੀ, ਅੱਜ ਉਸ ਕੜੀ ਦੇ ਦੌਰਾਨ ਜਿਹੜੇ ਹਰ ਵਾਰਡ ਦੇ ਵਿੱਚ ਵਿਧਾਨ ਸਭਾ ਹਲਕਾ ਉੱਤਰੀ ਦੇ ਹਰ ਵਾਰਡ ਦੇ ਵਿੱਚੋਂ ਜਿਹੜੇ ਪੰਜਾਬ ਸਰਕਾਰ ਨੇ ਇਹਨਾਂ ਦਿਨਾਂ ਦੇ ਵਿੱਚ ਪਿਛਲੀ ਵਾਰੀ ਜਿਹੜੇ ਕੈਂਪ ਲਾ ਕੇ ਬੇਰੁਜ਼ਗਾਰ ਨੌਜਵਾਨ ਬੱਚਿਆਂ ਦੇ ਜਿਹੜੇ ਫਾਰਮ ਭਰੇ ਸੀਗੇ ਔਰ ਉਹਨਾਂ ਨੂੰ ਇੱਕ ਵਾਅਦਾ ਕੀਤਾ ਸੀ ਉਹਨਾਂ ਨਾਲ ਕਿ ਅਸੀਂ ਤੁਹਾਨੂੰ ਘਰ ਘਰ ਨੌਕਰੀ ਦੇਵਾਂਗੇ। ਔਰ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੀ ਨੌਕਰੀ ਦੀ ਪੰਜਾਬ ਸਰਕਾਰ ਨੇ ਸ਼ੁਰੂਆਤ ਕੀਤੀ, ਉਹ ਸਾਡੇ ਇਸ ਹਲਕੇ 'ਚ ਕਿਸੇ ਬੱਚੇ ਨੂੰ, ਕਿਸੇ ਬੇਰੁਜ਼ਗਾਰ ਨੂੰ ਨੌਕਰੀ ਨਹੀਂ ਮਿਲੀ। ਜਿਹੜੀ ਨੌਕਰੀ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਆਪਣੇ ਪਰਿਵਾਰ ਤੋਂ ਸ਼ੁਰੂ ਕੀਤੀ ਹੈ, ਚਾਹੇ ਉਹ ਸਾਡੇ MLA ਹੋਣ, ਚਾਹੇ ਉਹ ਸਾਡੇ ਇਸ ਹਲਕੇ ਤੋਂ MP ਹੋਣ। ਜੇ MP ਦੀ ਗੱਲ ਕਰੀਏ ਤਾਂ ਉਹਦੇ ਭਰਾ ਨੂੰ ਡਿਪਟੀ ਲਾਤਾ ਗਿਆ, ਜੇ ਸਾਡੇ ਇਸ ਹਲਕੇ ਤੋਂ MLA ਦੀ ਗੱਲ ਕਰੀਏ ਤਾਂ ਉਹਦੇ ਬੇਟੇ ਨੂੰ ਤਹਿਸੀਲਦਾਰ ਦੀ ਨੌਕਰੀ ਦੇਤੀ।
ਤੇ ਹੁਣ ਗੱਲ ਕਰਦੇ ਹਾਂ ਰਾਏਕੋਟ ਦੀ, ਜਿੱਥੇ ਕਿ ਪਿੰਡ ਝੋੜਾ ਵਿਖੇ ITBP ਦੇ ਸ਼ਹੀਦ ਜਵਾਨ ਗੁਰਮੁਖ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਦੱਸੀਏ ਕਿ ITBP ਅਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਸ਼ਹੀਦ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦੀ ਗੱਲ ਆਖੀ ਗਈ ਹੈ। मैं इतना बताना चाहूँगा कि गुरमुख सिंह जी जो है वो 1988 में भारत तिब्बत सीमा पुलिस में भर्ती हुए थे कांस्टेबल के रूप में, और मेरे साथ इन्होंने जम्मू कश्मीर में 1996 में, फिर 2002 से लेकर 4 तक 1995 में, और 2002 से लेकर 2004 तक भी ड्यूटी की थी। और जो हमारे साथ ड्यूटी के दौरान हमने पाया कि गुरमुख सिंह बहुत ही दिलेर इंसान थे, साहसी और हमेशा आगे चलने वाले। और चूँकि अभी छत्तीसगढ़ में नक्सल समस्या चल रही है हमारे देश में, तो वहाँ पर इनका डिप्लॉयमेंट था, और जो ऑपरेशन इनकी टीम के द्वारा किया जा रहा था उसमें एक असिस्टेंट कमांडेंट साहब सिंधे सुधाकर बिल्कुल यंग अफसर थे, और गुरमुख सिंह जी आगे आगे चल रहे थे, और उन्होंने घात लगाया नक्सलियों ने, और घात लगा करके हमला किया, जिसमें कि हमारे दोनों अधिकारियों की शहादत हो गई। देखो जी, जो सरदार गुरमुख सिंह अपने ਝੋੜਾ ਪਿੰਡ ਦੇ ਰਹਿਣ ਵਾਲੇ ਸੀਗੇ, ਇਹਨਾਂ ਦੀ ਜਿਹੜੀ ਆ ਸ਼ਹਾਦਤ ਹੋਈ ਆ। ਜਿਵੇਂ DI ਸਾਹਿਬ ਨੇ ਦੱਸਿਆ ਵੀ ਬਹੁਤ ਇਹ ਦਲੇਰ ਅਫਸਰ ਸੀਗੇ, ਔਰ ਪਿੰਡ 'ਚੋਂ ਵੀ ਬੜੇ ਲੋਕਾਂ ਨੇ ਇਹਨਾਂ ਦੀ ਸਲਾਹੁਤਾਈ ਕੀਤੀ ਆ। ਸਾਰਾ ਪਿੰਡ 2 ਦਿਨ ਹੋ ਗਏ ਕਹਿੰਦੇ ਕਿਸੇ ਨੇ ਰੋਟੀ ਨਹੀਂ ਖਾਧੀ, ਰੋਟੀ ਨਹੀਂ ਪਕਾਈ। ਬਹੁਤ ਦਲੇਰ ਅਫਸਰ ਸੀਗਾ ਇਹ, ਔਰ ਇਹਦੀ ਦਲੇਰੀ ਨੂੰ ਸਾਰੇ ਸਲੂਟ ਕਰਦੇ ਆ। ਬਾਕੀ ਜੋ ਪੰਜਾਬ ਸਰਕਾਰ ਦੀ ਜੋ ਪਾਲਿਸੀਜ਼ ਆ, ਪਾਲਿਸੀਜ਼ ਦੇ ਮੁਤਾਬਕ ਜੋ ਵੀ ਇਹਨਾਂ ਦਾ ਬਣਦਾ ਹੋਇਆ ਉਹ ਤਾਂ ਪਹਿਲ ਦੇ ਆਧਾਰ ਤੇ ਕਰਵਾਇਆ ਗਿਆ। हाँ मैं हाँ जी, तो अमाउंट एग्जैक्टली पता नहीं कितना जो पॉलिसीज पंजाब सरकार की पॉलिसीज हैगियां ਉਹਦੇ ਮੁਤਾਬਕ ਜੋ ਵੀ ਸਰਕਾਰੀ ਜੋਬ ਦੀ ਜਾਂ ਜੋ ਵੀ ਐਗਜ਼ੈਕਟ ਅਮਾਉਂਟ ਜੋ ਇਹਨਾਂ ਨੂੰ ਮਿਲਣੀ ਹੈ ਜਾਂ ਕੋਈ ਹੋਰ ਵੀ ਸਹੂਲਤਾਂ, ਸਾਰੀਆਂ ਸਹੂਲਤਾਂ ਜੋ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਦਵਾਈਆਂ। 1822 ਵਿਖੇ ਲੁਧਿਆਣਾ ਸ਼ਹਿਰ ਵਸਣ ਤੋਂ ਪਹਿਲਾਂ ਸਿਕੰਦਰ ਲੋਧੀ ਦੇ ਵੱਲੋਂ ਇੱਕ ਕਿਲਾ ਵਸਾਇਆ ਗਿਆ ਸੀ, ਜਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੋਈ ਧਿਆਨ ਨਾ ਦਿੱਤੇ ਜਾਣ ਕਰਕੇ ਇਸ ਕਿਲੇ ਦੀ ਹਾਲਤ ਬੇहद ਖਸਤਾ ਹੋ ਰਹੀ ਹੈ। ਇਸ ਕਿਲੇ ਦਾ ਸਮਾਜਸੇਵੀ ਸੰਸਥਾ ਦੇ ਵੱਲੋਂ ਦੌਰਾ ਕੀਤਾ ਗਿਆ। ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਇਤਿਹਾਸਿਕ ਸਥਾਨ ਨੂੰ ਵਿਕਸਿਤ ਕੀਤਾ ਜਾਵੇ ਤਾਂ ਜੋ ਸੈਲਾਨੀ ਇੱਥੇ ਆ ਸਕਣ ਅਤੇ ਆਪਣੇ ਇਸ ਵਿਰਸੇ ਨੂੰ ਸੰਭਾਲ ਕੇ ਰੱਖਿਆ ਜਾ ਸਕੇ। ਲੁਧਿਆਣੇ ਸ਼ਹਿਰ ਦੇ ਵਿੱਚ ਦਰੇਸੀ ਮੈਦਾਨ ਦੇ ਲਾਗੇ ਜੋ ਪੁਰਾਣਾ ਸਾਡਾ ਕਿਲਾ ਹੈ ਉਹਦੇ ਵਿੱਚ ਆਏ ਆ, ਔਰ ਇਹ ਕਿਲਾ 1881 ਦੇ ਵਿੱਚ ਬਣਾਇਆ ਗਿਆ ਸੀ। ਜਦੋਂ ਲੁਧਿਆਣਾ ਸ਼ਹਿਰ ਵਸਿਆ ਨਹੀਂ ਸੀ, ਇਹ ਪਿੰਡ ਹੁੰਦਾ ਸੀਗਾ, ਔਰ ਸਿਕੰਦਰ ਖਾਨ ਲੋਧੀ ਨੇ ਇਸ ਕਿਲੇ ਨੂੰ ਬਣਾਉਣ ਦਾ ਕੰਮ ਕੀਤਾ। ਉਹਦੇ ਬਾਅਦ ਸ਼ਹਿਰ ਦੀ ਉਸਾਰੀ ਸ਼ੁਰੂ ਹੋਈ, ਔਰ ਇਹਦੇ ਨਾਲ ਨਾਲ ਇੱਥੇ ਸਤਲੁਜ ਦਰਿਆ ਚੱਲਦਾ ਸੀਗਾ, ਔਰ ਦੂਸਰੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ ਸੀ ਫਲੌਰ ਕਿਲਾ, ਔਰ ਇਸ ਕਿਲੇ ਤੋਂ ਫਲੌਰ ਕਿਲੇ ਨੂੰ ਜਾਣ ਵਾਸਤੇ ਸੁਰੰਗ ਵੀ ਬਣੀ ਹੋਈ ਸੀ। ਸੋ ਅੱਜ ਇਹ ਕਿਲਾ ਅਸੀਂ ਪੂਰੀ ਟੀਮ ਦੇਖਣ ਆਏ ਹਾਂ। ਮੈਂ ਕੁਝ ਦਿਨ ਪਹਿਲਾਂ ਲੁਧਿਆਣੇ ਸ਼ਹਿਰ ਦੇ DC ਸਾਹਿਬ ਨੂੰ ਔਰ ਸਾਡੇ ਇੱਥੇ ਕੈਬਨਿਟ ਮਿਨਿਸਟਰ ਭਾਰਤ ਭੂਸ਼ਣ ਆਸ਼ੂ ਜੀ ਨੂੰ ਔਰ ਹੋਰ ਲੋਕਾਂ ਨੂੰ ਵੀ ਇਹ ਲੋਕਾਂ ਦੀ ਜਿਹੜੀ ਮਨਸ਼ਾ ਸੀ ਉਹ ਜ਼ਾਹਰ ਕਰਾਈ। ਅਸੀਂ ਉਹਨਾਂ ਨੂੰ ਜਾਣੂ ਕਰਾਇਆ ਕਿ ਲੋਕ ਚਾਹੁੰਦੇ ਕਿ ਇਸ ਕਿਲੇ ਨੂੰ ਆਪਾਂ ਐਜ ਏ ਹੈਰੀਟੇਜ ਪਲੇਸ ਵਿਕਸਿਤ ਕਰੀਏ। ਅੱਜ ਅਸੀਂ ਸਾਡੇ ਵੱਡੇ ਵੀ ਰਮਨਜੀਤ ਲਾਲ ਜੀ ਦੇ ਨਾਲ ਜੋ ਇਤਿਹਾਸਕ ਜਗ੍ਹਾ ਕਿਲਾ ਜਿਹੜਾ ਦਰੇਸੀ ਦੇ ਕੋਲ ਹੈ, ਜਿਹਨੂੰ ਕਿ ਸਿਕੰਦਰ ਲੋਧੀ ਨੇ ਵਸਾਇਆ ਸੀ ਔਰ ਲੁਧਿਆਣੇ ਦੇ ਸ਼ਹਿਰ ਦਾ ਨਾਂ ਇਹਦੇ 'ਤੇ ਰੱਖਿਆ ਗਿਆ ਸੀ, तो ਉਹਨੂੰ ਦੇਖਣ ਆਇਆ। ਬੜੀ ਖਸਤਾ ਹਾਲਤ ਹੈ, ਔਰ ਇਹ ਸਾਡੀ ਪ੍ਰਾਚੀਨ ਜਿਹੜੀ ਜਗ੍ਹਾ ਹੈ ਉਹਦੀ ਹਾਲਤ ਦੇਖ ਕੇ ਮਨ ਨੂੰ ਬੜਾ ਦੁੱਖ ਹੁੰਦਾ ਕਿ ਇਹੋ ਜਿਹੀ ਜਗ੍ਹਾ ਜਿਹਦੇ ਨਾਲ ਸਾਡਾ ਲੁਧਿਆਣਾ ਸ਼ਹਿਰ ਵਸਿਆ ਹੋਵੇ, ਉਹਦੀ ਜਿਹੜੀ ਖਸਤਾ ਹਾਲਤ ਹੈ ਉਹਨੂੰ ਸੁਧਾਰਨ ਦੇ ਲਈ ਅਸੀਂ ਸਾਰੇ ਇਕੱਠੇ ਹੋ ਕੇ ਉਪਰਾਲਾ ਕਰਨ ਲਈ ਆਏ ਹਾਂ, ਔਰ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਇਹਦੇ ਵੱਲ ਧਿਆਨ ਦੇ ਕੇ ਇਹਨੂੰ ਵਧੀਆ ਤਰੀਕੇ ਨਾਲ, ਜਿੱਦਾਂ ਲਾਲੀ ਜੀ ਨੇ ਦੱਸਿਆ, ਕਿ ਇਹਨੂੰ ਉਸਤ ਕਰਕੇ ਤਾਂ ਇਹਦੇ ਲਈ ਜਿਹੜੀਆਂ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਦਿਖਾਉਣ ਦੇ ਲਈ ਇਹਦੇ ਵਿੱਚ ਬਹੁਤ ਕੁਝ ਡਿਵੈਲਪਮੈਂਟ ਹੋ ਸਕਦਾ, ਔਰ ਬਿਲਡਿੰਗਾਂ ਵਧੀਆ ਉਹੀ ਰਿਪੇਅਰ ਕਰਕੇ ਸੈੱਟ ਹੋ ਸਕਦੀਆਂ ਨੇ, ਔਰ ਸਾਡਾ ਜਿਹੜਾ ਪ੍ਰਾਚੀਨ ਇਹ ਜਗ੍ਹਾ ਹੈਗੀ ਆ ਉਹ ਬਚ ਸਕਦੀ ਹੈ। ਲੁਧਿਆਣਾ ਵਿਖੇ ਆਪ ਆਗੂ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਲਿਟਲ ਸਟਾਰ ਵਜੋਂ ਜਾਣੀ ਜਾਂਦੀ ਗਾਇਕਾ ਰਾਸ਼ੀ ਸਲੀਮ ਦੇ ਘਰ ਪਹੁੰਚੇ ਅਤੇ ਉਸ ਤੋਂ ਰੱਖੜੀ ਬਣਵਾਈ ਹੈ। ਇਸ ਮੌਕੇ ਰਾਸ਼ੀ ਸਲੀਮ ਨੇ ਵੀ ਰੱਖੜੀ ਦੇ ਮੌਕੇ ਤੇ ਜਿੱਥੇ ਖੂਬਸੂਰਤ ਗੀਤ ਗਾਇਆ, ਉੱਥੇ ਕੁਲਵੰਤ ਸਿੱਧੂ ਨੇ ਕਿਹਾ ਕਿ ਇਸ ਲੜਕੀ ਦੇ ਗਲੇ ਦੇ ਵਿੱਚ ਸਰਸਵਤੀ ਦਾ ਵਾਸ ਹੈ। ਉਹ ਰੱਬ ਅੱਗੇ ਅਰਦਾਸ ਕਰਦੇ ਨੇ ਕਿ ਰਾਸ਼ੀ ਬੁਲੰਦੀਆਂ ਨੂੰ ਛੋਏ। ਦੱਸ ਦਈਏ ਕਿ ਰਾਸ਼ੀ ਸਲੀਮ ਦੀ ਗਾਇਕੀ ਤੋਂ ਖੁਸ਼ ਹੋ ਕੇ ਮਾਸਟਰ ਸਲੀਮ ਨੇ ਉਸ ਨੂੰ ਆਪਣਾ ਨਾਮ ਦਿੱਤਾ ਹੈ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਰਾਸ਼ੀ ਸਲੀਮ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹ ਮੇਰੇ
ਫਾਦਰ ਸਾਹਿਬ ਦੇ ਵਰਗੇ ਵੀ ਨੇ ਤੇ ਮੇਰੇ ਭਰਾ ਵਰਗੇ ਵੀ ਨੇ। ਰੱਖੜੀ ਬਣਵਾਉਣ ਆਏ ਆ? ਹਾਂਜੀ। ਕਿਵੇਂ ਲੱਗਿਆ ਤੈਨੂੰ ਰੱਖੜੀ ਬਣਵਾਉਣ ਆਇਆ? ਕਿਵੇਂ ਲੱਗਿਆ ਤੈਨੂੰ? ਮੈਨੂੰ ਬਹੁਤ ਚੰਗਾ ਲੱਗਿਆ ਕਿ ਇਹ ਮੇਰੇ ਤੋਂ ਰੱਖੜੀ ਬਣਵਾਉਣ ਆਇਆ। ਅੱਛਾ, ਹੋਰ ਵੀ ਲੋਕ ਆਏ ਨੇ ਕੋਈ ਕਿ ਪਹਿਲੇ ਲੀਡਰ ਹੀ ਆਏ ਨੇ ਤੁਹਾਨੂੰ? ਆਏ ਨੇ? ਹਾਂਜੀ। ਪੂਰੀ ਸਪੋਰਟ ਕਰੇਗੀ ਤੇਰੀ? ਹਾਂਜੀ ਹਾਂਜੀ, ਇਹੀ ਸਪੋਰਟ ਕਰਦੇ ਆ ਸਾਡੀ। ਅੱਛਾ, ਮੈਂ ਸਭ ਤੋਂ ਪਹਿਲਾਂ ਤਾਂ ਪੰਜਾਬ ਦੀਆਂ ਸਾਰੀਆਂ ਆਪਣੀਆਂ ਭੈਣਾਂ ਨੂੰ ਰਕਸ਼ਾ ਬੰਧਨ ਦੀ ਬਹੁਤ ਬਹੁਤ ਵਧਾਈ ਦਿੰਦਾ ਤੇ ਆਪਣੀ ਇਸ ਹਲਕੇ ਦੀ ਬੱਚੀ ਸਾਡੀ ਅੱਜ ਆਪਣਾ ਰੱਖੜੀ ਦਾ ਤਿਉਹਾਰ ਆ, ਇਹਦੇ ਤੋਂ ਰੱਖੜੀ ਬਣਾ ਕੇ ਬਣਾਉਣਾ ਹੈ, ਚਾਹੇ ਸਾਡੀ ਇਹ ਬੱਚੀ ਹੈ, ਸਾਡੀ ਧੀ ਹੈ, ਪਰ ਮੈਂ ਇਹਨੂੰ ਅੱਜ ਇੱਕ ਤਿਉਹਾਰ ਦੇ ਰੂਪ ਦੇ ਵਿੱਚ ਇੱਕ ਦੇਵੀ ਤੋਂ ਅੱਜ ਮੈਂ ਰੱਖੜੀ ਬਣਾਉਣਾ ਹੈ, ਜਿਹਦੇ ਗਲੇ ਦੇ ਵਿੱਚ ਮਾਂ ਸਰਸਵਤੀ 24 ਘੰਟੇ ਵਾਸ ਕਰਦੀ ਹੈ। ਮੈਂ ਇਹ ਕਹਿੰਦਾ, ਇੱਥੋਂ ਤੱਕ ਮੈਂ ਤਾਂ ਕਹਿੰਦਾ ਵੀ ਇਹ ਕਿਸੇ ਗਾਇਕ ਦਾ ਪੁਨਰ ਜਨਮ ਹੈ ਤੇ ਇੰਨੀ ਸੁੰਦਰ ਆਵਾਜ਼ ਇੰਨੀ ਛੋਟੀ ਉਮਰ 'ਚ ਇੰਨੇ ਵਧੀਆ ਤਰੀਕੇ ਪਰਫਾਰਮ ਕਰਦੀ ਹੈ ਕਿ ਜਿਹੜੇ ਸਰੋਤੇ ਨੇ ਦੇਖਦੇ ਰਹਿ ਜਾਂਦੇ ਆ ਵੀ ਯਾਰ ਇਹਦੇ ਮੂੰਹ ਦੇ ਵਿੱਚੋਂ ਅਲਫਾਜ਼ ਨਿਕਲ ਰਹੇ ਨੇ ਜਾਂ ਫੁੱਲ ਕਰ ਰਹੇ ਨੇ। ਮੈਂ ਮਾਂ ਸਰਸਵਤੀ ਦੇ ਧੰਨ ਧੰਨ ਬਾਬਾ ਦੀਪ ਸਿੰਘ ਦੇ, ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਚਰਨਾਂ ਅਰਦਾਸ ਕਰਦਾ ਕਿ ਬੱਚੀ 'ਤੇ ਬਹੁਤ ਕਿਰਪਾ ਰੱਖਣ, ਇਸੇ ਤਰ੍ਹਾਂ ਇਹ ਬੁਲੰਦੀਆਂ ਨੂੰ ਛੂਹੇ। ਜਗਰਾਉਂ ਦੇ ਨੇੜਲੇ ਪਿੰਡ ਪੋਣਾ ਵਿਖੇ ਰਾਜੀਵ ਜਵੰਦਾ ਦੇ ਪਿਤਾ ਕਰਮ ਸਿੰਘ ਜਵੰਦਾ ਦੇ ਨਿਮਿਤ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਉੱਤਰੀ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਸਮੇਤ ਹੋਰ ਵੀ ਕਈ ਸਿਆਸੀ ਅਤੇ ਸਮਾਜਿਕ ਆਗੂ ਪਹੁੰਚੇ ਅਤੇ ਇਸ ਮੌਕੇ ਗਾਇਕ ਕੰਵਰ ਗਰੇਵਾਲ ਵੀ ਖਾਸ ਤੌਰ ਤੇ ਪਹੁੰਚੇ ਹੋਏ ਸਨ, ਜਿਨ੍ਹਾਂ ਦੇ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਸਰਦਾਰ ਕਰਮ ਸਿੰਘ, ਕਿਉਂਕਿ ਮੈਂ ਬਚਪਨ ਤੋਂ ਉਹਨਾਂ ਨੂੰ ਜਾਣਦਾ, ਮੈਂ ਉਹਨਾਂ ਦਾ ਪੁੱਤਰ ਹਾਂ ਤੇ ਇਸ ਕਰਕੇ ਮੈਨੂੰ ਜ਼ਿਆਦਾ ਪਤਾ ਉਹਨਾਂ ਦੀ ਜੀਵਨੀ ਬਾਰੇ। ਮੈਂ ਥੋੜ੍ਹੀ ਜਿਹੀ ਤੁਹਾਡੇ ਨਾਲ ਤਾਂ ਸਾਂਝੀ ਕਰ ਲੈਂਦੇ ਹਾਂ। ਬੰਦੇ ਦੀ ਆਪਾਂ ਅੱਜ ਇਕੱਠੇ ਹੋਏ ਹਾਂ ਤਾਂ ਕੋਈ ਸਿਹਤ ਆਪਾਂ ਲੈ ਕੇ ਜਾਈਏ, ਜਿੱਦਾਂ ਸਾਡੇ ਵੱਡੇ ਵੀਰ ਨੇ ਕੰਵਰ ਗਰੇਵਾਲ ਹੋਰਾਂ ਨੇ ਦੱਸਿਆ, ਹੋਰ ਵੀ ਆਪ ਹੁਣ ਬੋਲ ਕੇ ਗਏ। ਤੁਹਾਡਾ ਇੰਨਾ ਪਿਆਰ ਤੇ ਸਤਿਕਾਰ ਸੀ ਉਹਨਾਂ ਪ੍ਰਤੀ, ਮੇਰਾ ਦਿਲ ਤਾਂ ਕਰਦਾ ਵੀ ਮੈਂ ਉਹਨਾਂ ਨੂੰ ਦੱਸਾਂ ਵੀ ਤੁਹਾਡੇ ਪਿਆਰ ਦੇ ਵਿੱਚ ਕਿੰਨੇ ਲੋਕ ਆਏ, ਪਰ ਅਫਸੋਸ ਇਹ ਹੈ ਵੀ ਹੁਣ ਉਹ ਇਸ ਦੁਨੀਆ ਤੇ ਨਹੀਂ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਇੱਕ ਵਾਰ ਫਿਰ ਤੋਂ। ਲੁਧਿਆਣਾ ਵਿੱਚ ਕੱਪੜਾ ਵਪਾਰੀ ਅਤੇ ਉਸਦੇ ਬੇਟੇ ਤੇ ਹੋਇਆ ਜਾਨਲੇਵਾ ਹਮਲਾ, ਇਲਾਕੇ ਦੇ ਲੋਕਾਂ ਤੇ ਹੀ ਹਮਲਾ ਕਰਨ ਦੇ ਲੱਗੇ ਇਲਜ਼ਾਮ, ਪੀੜਤਾਂ ਨੇ ਇਨਸਾਫ ਦੀ ਕੀਤੀ ਮੰਗ। ਸਬ ਇੰਸਪੈਕਟਰ ਦੀ ਭਰਤੀ ਲਈ ਹੋਈ ਪ੍ਰੀਖਿਆ ਦੌਰਾਨ ਸਰਕਾਰ ਦੇ ਪ੍ਰਬੰਧ ਖੋਖਲੇ, ਬਰਸਾਤ ਦੇ ਵਿੱਚ ਪਿਛੜੇ ਰਹੇ ਪ੍ਰੀਖਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਕੀਤੀ ਗਈ ਬਦਸਲੂਕੀ। ਲਿਟਲ ਸਟਾਰ ਰਾਸ਼ੀ ਸਲੀਮ ਦੇ ਘਰ ਪਹੁੰਚੇ ਆਪ ਆਗੂ ਕੁਲਵੰਤ ਸਿੱਧੂ, ਰਾਸ਼ੀ ਸਲੀਮ ਤੋਂ ਬਣਵਾਈ ਰੱਖੜੀ, ਕਿਹਾ ਰੱਬ ਅੱਗੇ ਰਾਸ਼ੀ ਦੀ ਚੜ੍ਹਦੀ ਕਲਾ ਦੀ ਕਰਾਂਗਾ ਅਰਦਾਸ। ਰਾਜਵੀਰ ਜਵੰਦਾ ਦੇ ਪਿਤਾ ਕਰਮ ਸਿੰਘ ਜਵੰਦਾ ਦੇ ਨਿਮਿਤ ਅੰਤਿਮ ਅਰਦਾਸ, ਵਿਧਾਇਕ ਰਾਕੇਸ਼ ਪਾਂਡੇ ਸਮੇਤ ਕਈ ਸਮਾਜਿਕ ਅਤੇ ਸਿਆਸੀ ਆਗੂ ਵੀ ਪਹੁੰਚੇ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ, ਸ਼ਰਧਾ ਦੇ ਫੁੱਲ ਕੀਤੇ ਭੇਂਟ। ਫਿਲਹਾਲ ਲੁਧਿਆਣਾ ਖਬਰਨਾਮਾ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@fastfood.in ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ www.fastfood.in ਤੇ ਆਨਲਾਈਨ ਵੀ ਦੇਖ ਸਕਦੇ ਹੋ। ਮੈਨੂੰ ਤਾਂ ਇਜਾਜ਼ਤ, ਧੰਨਵਾਦ।